ਹੈਲੋ एवरीवन मोस्ट वेलकम टू अवर चैनल राइट ऑन। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਤਾਂ ਬਿਲਕੁਲ ਅੱਜ ਆਪਾਂ ਇਸ ਟੌਪਿਕ ਨੂੰ ਕੰਪਲੀਟ ਕਰਦੇ ਹਾਂ ਆਪਣੇ ਜੋ ਆਪਾਂ ਇੰਗਲਿਸ਼ ਪੈਡਾਗੋਜੀ ਦਾ ਟੌਪਿਕ ਸਟਾਰਟ ਕੀਤਾ ਹੋਇਆ ਸੀ ਕਿ ਲੈਂਗੁਏਜ ਟੀਚਿੰਗ ਟਾਈਮ ਆਪਾਂ ਨੂੰ ਕਿਹੜੀਆਂ ਪ੍ਰੋਬਲਮਸ ਨੇ ਜੋ ਫੇਸ ਕਰਨੀਆਂ ਪੈਂਦੀਆਂ ਨੇ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਦੇ ਵਿੱਚ ਜੋ ਜਨਰਲ ਨੇ ਉਹ ਆਪਾਂ ਡਿਸਕਸ ਕਰ ਚੁੱਕੇ ਹਾਂ ਔਰ ਜੋ ਸਪੈਸੀਫਿਕ ਨੇ ਉਹ ਅੱਜ ਆਪਾਂ ਡਿਸਕਸ ਕਰਾਂਗੇ। ਬਹੁਤ ਛੋਟਾ ਜਿਹਾ ਟੌਪਿਕ ਹੈ, ਐਟਲੀਸਟ 5 ਤੋਂ 6 ਜਾਂ 4 ਤੋਂ 5 ਕੁਝ ਪੁਆਇੰਟਸ ਨੇ, ਬੜੀ ਆਰਾਮ ਨਾਲ ਤੁਹਾਡੇ ਡਿਸਕਸ ਹੋ ਜਾਣੇ ਆ। ਬਹੁਤ ਛੋਟਾ ਜਿਹਾ ਵੀਡੀਓ ਰਹਿਣ ਵਾਲਾ ਹੈ, ਠੀਕ ਹੈ। ਅਤੇ ਜੇਕਰ ਤੁਸੀਂ ਹਾਲੇ ਤੱਕ ਤਿਆਰੀ ਨਹੀਂ ਕਰਨ ਲੱਗੇ ਤਾਂ ਸ਼ੁਰੂ ਕਰ ਦਿਓ ਆਪਣੀ ਟੈਟ ਦੀ ਤਿਆਰੀ ਕਰਨਾ, ਕਿਉਂਕਿ ਅਗਰ ਗੱਲ ਕਰੀਏ ਤਾਂ ਜੋ ਸਿਲੇਬਸ ਹੈ ਤੁਹਾਨੂੰ ਪੂਰਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ, ਠੀਕ ਹੈ। ਔਰ ਬਿਲਕੁਲ ਵੀ ਫ੍ਰੀ ਆਫ ਕੋਸਟ ਆਪਾਂ ਕਹਿ ਸਕਦੇ ਕਿ ਸਿਲੇਬਸ ਹੈ ਵਿਦ ਨੋਟਸ ਨੇ। ਤਾਂ ਤੁਸੀਂ ਅਗਰ ਚਾਹੋ ਤਾਂ ਬੜੀ ਈਜ਼ੀਲੀ ਹੁਣ ਤੁਸੀਂ ਬੜੀ ਆਰਾਮ ਨਾਲ ਘਰ ਬੈਠੇ ਆਪਣੀ ਜੋ ਤਿਆਰੀ ਹੈ ਉਹ ਕਰ ਸਕਦੇ ਹੋ। ਕਲੀਅਰ? ਤਾਂ ਬਿਲਕੁਲ ਚਲੋ ਸਟਾਰਟ ਕਰਦੇ ਹਾਂ ਟੌਪਿਕ ਨੂੰ, ਜੋ ਕਿ ਅੱਜ ਦਾ ਟੌਪਿਕ ਹੈ। ਔਰ ਪਹਿਲਾਂ ਵੀ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਸੋ ਜੇਕਰ ਤੁਸੀਂ ਇਹ ਟੌਪਿਕ ਹਾਲੇ ਪ੍ਰੀਵੀਅਸ ਵੀਡੀਓ ਦੇ ਵਿੱਚ ਨਹੀਂ ਦੇਖਿਆ ਤਾਂ ਦੇਖ ਲਓ, ਚੈਨਲ 'ਤੇ ਅਵੇਲੇਬਲ ਮਿਲ ਜਾਏਗੀ। ਇਸ ਤੋਂ ਇਲਾਵਾ ਜੋ ਬਾਕੀ ਸਬਜੈਕਟਸ ਨੇ ਉਹ ਵੀ ਤੁਹਾਨੂੰ ਚੈਨਲ ਦੇ ਉੱਪਰ ਹੀ ਅਵੇਲੇਬਲ ਪਲੇਲਿਸਟ ਦੇ ਵਿੱਚ ਜਦੋਂ ਤੁਸੀਂ ਜਾ ਕੇ ਵਿਜ਼ਿਟ ਕਰੋਗੇ ਤਾਂ ਸਭ ਕੁਝ ਤੁਹਾਨੂੰ ਉੱਥੇ ਨਜ਼ਰ ਆਏਗਾ। ਨੋਟਸ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜੋ ਟੈਲੀਗ੍ਰਾਮ ਚੈਨਲ ਦਾ ਲਿੰਕ ਗਿਵਨ ਹੈ ਉਹ ਜੁਆਇਨ ਕਰ ਸਕਦੇ ਹੋ, ਉੱਥੇ ਤੁਹਾਨੂੰ ਨੋਟਸ ਵੀ ਮਿਲ ਜਾਣਗੇ, ਠੀਕ ਹੈ ਜੀ। ਤਾਂ ਬਿਲਕੁਲ ਚੈਲੰਜਿਸ ਆਫ ਲੈਂਗੁਏਜ ਟੀਚਿੰਗ ਜੋ ਕਿ ਆਪਾਂ ਹਾਫ ਕਰ ਚੁੱਕੇ ਹਾਂ ਔਰ ਬਿਲਕੁਲ ਅੱਜ ਆਪਾਂ ਕੰਪਲੀਟ ਕਰ ਦੇਣਾ। ਤਾਂ ਹਾਂਜੀ, ਡਿਸਕਸ ਕਰਦੇ ਹਾਂ ਅੱਜ ਦੇ ਟੌਪਿਕ ਬਾਰੇ। ਦੇਖੋ, ਚੈਲੰਜਿਸ ਸਪੈਸੀਫਿਕ ਜਨਰਲ ਹੁੰਦੇ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਹਰ ਲੈਂਗੁਏਜ ਦੇ ਵਿੱਚ ਕਿਤੇ ਨਾ ਕਿਤੇ ਆਉਂਦੇ ਆ, ਕਿ ਜਿਵੇਂ ਕਿ ਅਨਰੀਅਲਿਸਟਿਕ ਜਿਹੜਾ ਸਿਲੇਬਸ ਹੁੰਦਾ ਉਹ ਸਿਰਫ ਇੰਗਲਿਸ਼ ਲਈ ਨਹੀਂ ਹੈ, ਠੀਕ ਹੈ। ਆਪਣਾ ਐਗਜ਼ਾਮੀਨੇਸ਼ਨ ਸਿਸਟਮ ਅਗਰ ਅੱਛਾ ਨਹੀਂ ਹੈ ਉਹ ਸਿਰਫ ਇੰਗਲਿਸ਼ ਲਈ ਨਹੀਂ ਹੈ, ਠੀਕ ਹੈ। ਅਗਰ ਲੈਕ ਆਫ ਟੀਚਰਸ ਹੈ ਤਾਂ ਉਹ ਇੰਗਲਿਸ਼ ਲਈ ਨਹੀਂ ਹੈ, ਉਹ ਹਰ ਇੱਕ ਲੈਂਗੁਏਜ ਲਈ ਆਪਾਂ ਬੋਲ ਸਕਦੇ ਕਿ ਪੰਜਾਬੀ ਹੋ ਗਈ ਜਾਂ ਹਿੰਦੀ ਹੋ ਗਈ। ਹੋ ਸਕਦਾ ਅੱਛੇ ਟੀਚਰਸ ਆਪਾਂ ਨੂੰ ਉਸ ਦੀ ਫੀਲਡ ਦੇ ਵਿੱਚ ਨਾ ਪ੍ਰੋਵਾਈਡ ਹੁੰਦੇ ਹੋਣ, ਠੀਕ ਹੈ। ਜੋ ਹੋ ਸਕਦਾ ਓਬਵੀਅਸ ਗੱਲ, ਅਗਰ ਇੰਗਲਿਸ਼ ਲਈ ਰੀਅਲਿਸਟਿਕ ਜਾਂ ਸਿਚੁਏਸ਼ਨ ਨਹੀਂ ਬਣ ਪਾਉਂਦੀ ਆਪਣੇ ਸਿਲੇਬਸ ਦੇ ਅਕੋਰਡਿੰਗ ਤਾਂ ਬਿਲਕੁਲ ਪੰਜਾਬੀ ਹਿੰਦੀ ਲਈ ਵੀ ਇਹੀ ਚੀਜ਼ਾਂ ਹੋਣਗੀਆਂ। ਤਾਂ ਮਤਲਬ ਜੋ ਆਪਾਂ ਜਨਰਲ ਕੀਤੇ ਸੀਗੇ ਪਹਿਲਾਂ ਉਹ ਹਰ ਲੈਂਗੁਏਜ ਲਈ ਸੀਗੇ। ਜਦੋਂ ਵੀ ਕੋਈ ਆਪਾਂ ਲੈਂਗੁਏਜ ਸਿਖਾਉਂਦੇ ਹਾਂ ਤਾਂ ਉਹਦੇ ਲਈ ਜੋ ਆਪਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, ਬਟ ਆਪਾਂ ਮੇਨ ਆਪਾਂ ਇੰਗਲਿਸ਼ ਨੂੰ ਲੈ ਕੇ ਚੱਲੇ ਸੀ ਕਿਉਂਕਿ ਆਪਾਂ ਇੰਗਲਿਸ਼ ਪੈਡਾਗੋਜੀ ਪਾ ਰਹੇ ਹਾਂ ਔਰ ਇੱਥੇ ਇੰਗਲਿਸ਼ ਦੀ ਹੀ ਗੱਲ ਹੋ ਰਹੀ ਹੈ, ਠੀਕ ਹੈ। ਬਟ ਸਪੈਸੀਫਿਕ ਦੇ ਵਿੱਚ ਆਪਾਂ ਕੀ ਡਿਸਕਸ ਕਰਾਂਗੇ ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਕੀ ਪ੍ਰੋਬਲਮਸ ਆਪਾਂ ਨੂੰ ਫੇਸ ਹੁੰਦੀਆਂ ਨੇ, ਠੀਕ ਹੈ। ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਕੀ ਇੱਦਾਂ ਦੀਆਂ ਚੀਜ਼ਾਂ ਨੇ ਜਿਹਦੇ ਕਰਕੇ ਆਪਾਂ ਸ਼ਾਇਦ ਨਹੀਂ ਅੱਛੇ ਤਰੀਕੇ ਨਾਲ ਜਾਂ ਕਿਤੇ ਨਾ ਕਿਤੇ ਕਿ ਚੈਲੰਜ ਦੀ ਤਰ੍ਹਾਂ ਆਪਣੇ ਸਾਹਮਣੇ ਆਉਂਦੀਆਂ ਨੇ ਸਿਖਾਉਂਦੇ ਹੋਏ ਜਾਂ ਸਿੱਖਦੇ ਹੋਏ, ਠੀਕ ਹੈ। ਤਾਂ ਬਿਲਕੁਲ ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਚੀਜ਼ ਦੇਖ ਕੇ ਕਲੀਅਰ ਹੋਏਗੀ ਕਿ ਸਾਇਲੈਂਟ ਵਰਡ ਦਾ ਮਤਲਬ ਕੀ ਹੈ। ਸਾਇਲੈਂਟ ਵਰਡ ਹੁੰਦੇ ਆ ਜਿਹਦੇ ਕਰਕੇ ਬਹੁਤ ਸਾਰੀ ਜੋ ਕਨਫਿਊਜ਼ਨ ਹੈ, ਜੋ ਛੋਟੇ ਬੱਚੇ ਉਹਨਾਂ ਦੇ ਮਾਈਂਡ ਦੇ ਵਿੱਚ ਹਮੇਸ਼ਾ ਕੁਐਸਚਨਸ ਰਹਿੰਦੇ ਆ ਕਿ ਉਸਨੂੰ ਆਪਾਂ ਨਾਈਫ ਕਿਉਂ ਬੋਲਦੇ ਹਾਂ, ਕਨਾਈਫ ਕਿਉਂ ਨਹੀਂ ਬੋਲਦੇ। ਜਿਵੇਂ ਕਿ ਨੋ ਹੈ, ਠੀਕ ਹੈ, ਇਸ ਨੂੰ ਆਪਾਂ ਨੋ ਕਿਉਂ ਬੋਲਦੇ ਹਾਂ, ਕਨੋ ਕਿਉਂ ਨਹੀਂ ਬੋਲਦੇ, ਕੇ ਦੀ ਆਵਾਜ਼ ਕਿਉਂ ਨਹੀਂ ਆਉਂਦੀ, ਇਹ ਸਾਇਲੈਂਟ ਕਿਉਂ ਹੋ ਜਾਂਦਾ ਹੈ, ਠੀਕ ਹੈ। ਇਹ ਕੁਐਸਚਨ ਮੋਸਟਲੀ ਛੋਟੇ ਬੱਚੇ ਦੇ ਮਾਈਂਡ ਦੇ ਵਿੱਚ ਰਹਿੰਦਾ, ਬਟ ਜਿਵੇਂ ਜਿਵੇਂ ਆਪਾਂ ਗਰੋ ਹੁੰਦੇ ਜਾਂਦੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਜੋ ਕੇ ਹੈ ਅਗਰ ਉਹ ਐਨ ਨਾਲ ਆਏਗਾ ਤਾਂ ਉਹ ਸਾਇਲੈਂਟ ਹੋਏਗਾ, ਠੀਕ ਹੈ। ਤਾਂ ਜਿਸ ਤਰੀਕੇ ਨਾਲ ਆਪਾਂ ਗਰੋ ਕਰਦੇ ਉੱਦਾਂ ਦਾ ਸਿੱਖਦੇ ਹਾਂ, ਬਟ ਕਿਤੇ ਨਾ ਕਿਤੇ ਇੱਕ ਡਿਫੀਕਲਟੀ ਹੁੰਦੀ ਹੈ, ਇੱਕ ਚੈਲੰਜ ਹੁੰਦਾ ਸਿਖਾਉਣਾ ਵੀ ਔਰ ਸਿੱਖਣਾ ਵੀ ਕਿ ਕਿਹੜਾ ਵਰਡ ਕਿੱਥੇ ਕਿਸ ਤਰੀਕੇ ਨਾਲ ਸਾਇਲੈਂਟ ਹੋਏਗਾ, ਠੀਕ ਹੈ। ਜਿਵੇਂ ਕਫ ਹੋ ਗਿਆ, ਠੀਕ ਹੈ, ਇਸ ਕਫ ਹੋ ਗਿਆ, ਅਗਰ ਇਹਦੇ ਵਿੱਚ ਜੀ ਐਚ ਜੋ ਹੈ ਉਹ ਸਾਇਲੈਂਟ ਹੈ, ਠੀਕ ਹੈ। ਅਗਰ ਗੱਲ ਕਰੀਏ ਸਾਈਕੋਲੋਜੀ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਕਿਹਾ ਵੀ ਜਾਂਦਾ ਕਿ ਸਾਈਕੋਲੋਜੀ ਨਾ ਤਾਂ ਐਸ ਤੋਂ ਸ਼ੁਰੂ ਹੁੰਦਾ ਹੈ ਨਾ ਸੀ ਤੋਂ ਸ਼ੁਰੂ ਹੁੰਦਾ ਹੈ, ਠੀਕ ਹੈ। ਤਾਂ ਉਸ ਤਰੀਕੇ ਨਾਲ ਤਾਂ ਸਾਈਕੋਲੋਜੀ ਇੱਦਾਂ ਦੇ ਜੋ ਬਹੁਤ ਸਾਰੇ ਵਰਡਸ ਨੇ ਜਿਹਦੇ ਵਿੱਚ ਸਾਇਲੈਂਟ ਵਰਡਸ ਆ ਜਾਂਦੇ ਨੇ, ਠੀਕ ਹੈ। ਜਾਂ ਕਫ ਹੋ ਗਿਆ ਜਾਂ ਨਾਈਫ, ਨੋ, ਇੱਦਾਂ ਦੇ ਵਰਡਸ ਹੁੰਦੇ ਨੇ ਜਿਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਕਹਿ ਦਿੰਦੇ ਹਾਂ ਕਿ ਸਮਝਾਉਣ ਜਾਂ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਨੋ ਡਾਊਟ, ਠੀਕ ਹੈ। ਤਾਂ ਇੱਕ ਸਪੈਸੀਫਿਕ ਜਿਹਾ ਚੈਲੰਜ ਹੋ ਗਿਆ ਇੰਗਲਿਸ਼ ਲੈਂਗੁਏਜ ਦੇ ਵਿੱਚ, ਕਿਉਂਕਿ ਇੱਦਾਂ ਦੇ ਆਪਾਂ ਪੰਜਾਬੀ ਦੇ ਵਿੱਚ ਇੱਦਾਂ ਨਹੀਂ ਦੇਖਦੇ ਕਿ ਕੋਈ ਵਰਡ ਸਾਇਲੈਂਟਲੀ ਆਪਾਂ ਯੂਜ਼ ਕਰ ਰਹੇ ਜਾਂ ਹਿੰਦੀ ਦੇ ਵਿੱਚ ਜਾਂ ਕਿਸੇ ਹੋਰ ਲੈਂਗੁਏਜ ਵਿੱਚ ਹੋ ਵੀ ਸਕਦੇ ਨੇ, ਨਹੀਂ ਵੀ ਹੋ ਸਕਦੇ, ਬਟ ਆਪਾਂ ਇੱਥੇ ਸਪੈਸੀਫਿਕ ਇੰਗਲਿਸ਼ ਦੀ ਗੱਲ ਕਰ ਰਹੇ ਹਾਂ ਕਿ ਇੰਗਲਿਸ਼ ਦੇ ਵਿੱਚ ਆਪਾਂ ਨੂੰ ਟੀਚ ਕਰਨ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ, ਠੀਕ ਹੈ ਜੀ। ਸੈਕਿੰਡ, ਅਗਰ ਆਪਾਂ ਗੱਲ ਕਰੀਏ ਪ੍ਰੋਬਲਮ ਆਫ ਸਕ੍ਰਿਪਟ ਦੀ ਪ੍ਰੋਬਲਮ ਦਾ ਕੀ ਮਤਲਬ ਹੋ ਗਿਆ। ਦੇਖੋ, ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਕੋਈ ਵੀ ਲੈਂਗੁਏਜ ਹੈ, ਠੀਕ ਹੈ। ਫੋਰ ਐਗਜ਼ਾਮਪਲ ਤੁਹਾਡਾ ਜੋ ਤੁਸੀਂ ਸ਼ੁਰੂ ਤੋਂ ਉਰਦੂ ਲਿਖੀ ਹੈ ਜਾਂ ਉਰਦੂ ਤੁਸੀਂ ਸਿੱਖੀ ਹੈ ਜਾਂ ਉਰਦੂ ਤੋਂ ਤੁਹਾਡੀ ਸਟਾਰਟਿੰਗ ਹੋਈ ਹੈ, ਜੋ ਕਿ ਤੁਸੀਂ ਰਾਈਟ ਤੋਂ ਆਪਾਂ ਨੂੰ ਬਿਲਕੁਲ ਕਲੀਅਰ ਹੈ ਕਿ ਜੋ ਉਰਦੂ ਹੈ ਇਸ ਤਰੀਕੇ ਨਾਲ ਲਿਖੀ ਜਾਂਦੀ ਹੈ, ਰਾਈਟ ਤੋਂ ਸਟਾਰਟ ਕੀਤੀ ਜਾਂਦੀ ਹੈ, ਲੈਫਟ ਤੱਕ ਆਪਾਂ ਜਾਂਦੇ ਹਾਂ, ਠੀਕ ਹੈ। ਆਪਾਂ ਇਸ ਤਰੀਕੇ ਨਾਲ ਉਰਦੂ ਨੂੰ ਲਿਖਦੇ ਹਾਂ, ਠੀਕ ਹੈ ਜੀ। ਬਟ ਅਗਰ ਆਪਾਂ ਉਰਦੂ ਸਿੱਖੀ ਹੋਈ ਆ ਆਪਣਾ ਬੇਸਿਕ, ਜਿਵੇਂ ਆਪਣੀ ਮਦਰ ਟੰਗ ਹੈ ਨਾ, ਉਸ ਤਰੀਕੇ ਨਾਲ ਆਪਾਂ ਉਰਦੂ ਸਿੱਖੀ ਹੋਈ, ਉਸ ਤੋਂ ਬਾਅਦ ਅਗਰ ਆਪਾਂ ਇੰਗਲਿਸ਼ ਸਿੱਖ ਰਹੇ ਹਾਂ ਤਾਂ ਹੁਣ ਇੰਗਲਿਸ਼ ਕੀ ਹੋਏਗੀ, ਲੈਫਟ ਤੋਂ ਰਾਈਟ ਹੋਏਗੀ ਨਾ। ਜਿਵੇਂ ਆਪਾਂ ਨੂੰ ਪੰਜਾਬੀ, ਹਿੰਦੀ ਸਾਰਿਆਂ ਦੀ ਜੋ ਸਕ੍ਰਿਪਟ ਹੁੰਦੀ ਹੈ ਇੱਕ ਤਰੀਕੇ ਨਾਲ ਆਪਾਂ ਲੈਫਟ ਤੋਂ ਸ਼ੁਰੂ ਕਰਦੇ ਹਾਂ ਔਰ ਰਾਈਟ ਤੱਕ ਜਾਂਦੇ ਹਾਂ, ਠੀਕ ਹੈ। ਜਿਸ ਤਰੀਕੇ ਨਾਲ ਮੈਂ ਹੁਣ ਲਿਖ ਰਹੀ ਹਾਂ ਕਿ ਇੱਥੇ ਸ਼ੁਰੂ ਹੋਇਆ, ਲੈਫਟ ਤੋਂ ਸ਼ੁਰੂ ਹੋਇਆ ਔਰ ਰਾਈਟ ਤੱਕ ਮੈਂ ਇੱਥੇ ਸ਼ੁਰੂ ਹੋ ਕੇ ਇੱਥੇ ਤੱਕ ਰਾਈਟ ਵੱਲ ਨੂੰ ਜਾ ਰਹੀ ਹਾਂ, ਠੀਕ ਹੈ। ਬਟ ਹੁਣ ਅਗਰ ਮੈਂ ਉਰਦੂ ਸਿੱਖਣੀ ਚਾਹਾਂ ਤਾਂ ਕਿਤੇ ਨਾ ਕਿਤੇ ਮੈਨੂੰ ਕਾਫੀ ਡਿਫੀਕਲਟੀ ਹੋਏਗੀ ਕਿਉਂਕਿ ਉਹਦਾ ਤਾਂ ਪੂਰਾ
ਪੈਟਰਨ ਹੀ ਚੇਂਜ ਹੋ ਗਿਆ, ਪੂਰੀ ਸਕ੍ਰਿਪਟ ਹੀ ਚੇਂਜ ਹੋ ਗਈ। ਕਿਵੇਂ ਚੇਂਜ ਹੋ ਗਈ ਕਿ ਹੁਣ ਇਸ ਤਰੀਕੇ ਨਾਲ ਲਿਖਣਾ ਕਿਤੇ ਨਾ ਕਿਤੇ ਮੈਨੂੰ ਡਿਫਿਕਲਟ ਲੱਗਦਾ। ਓਬਵੀਅਸ ਜੀ ਗੱਲ ਹੈ, ਡਿਫਿਕਲਟ ਲੱਗੇਗਾ, ਠੀਕ ਹੈ, ਬੇਸਿਕ ਜੀ ਚੀਜ਼ ਹੈ। ਤਾਂ ਉਸ ਤਰੀਕੇ ਨਾਲ ਅਗਰ ਆਪਾਂ ਗੱਲ ਕਰੀਏ ਤਾਂ ਸਕ੍ਰਿਪਟ ਜੋ ਹੈ ਕਿਸੇ ਲੈਂਗੁਏਜ ਦੀ ਰਾਈਟ ਟੂ ਲੈਫਟ ਹੁੰਦੀ ਹੈ, ਕਿਸੇ ਦੀ ਲੈਫਟ ਟੂ ਰਾਈਟ ਹੁੰਦੀ ਹੈ, ਜਿਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਅਗਰ ਆਪਣਾ ਬੇਸ ਉਸ ਤਰੀਕੇ ਨਾਲ ਨਹੀਂ ਹੈ, ਠੀਕ ਹੈ। ਤਾਂ ਇਹ ਵੀ ਇੱਕ ਸਪੈਸੀਫਿਕ ਜਿਹਾ ਰੀਜ਼ਨ ਹੋ ਗਿਆ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ ਫਿਜ਼ੀਕਲ ਪ੍ਰੋਬਲਮ, ਤਾਂ ਫਿਜ਼ੀਕਲ ਪ੍ਰੋਬਲਮ ਤਾਂ ਐਕਸਪਲੇਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਨੇਮ ਤੋਂ ਹੀ ਸਮਝ ਰਹੇ ਹੋ ਫਿਜ਼ੀਕਲ ਪ੍ਰੋਬਲਮ ਦਾ ਮਤਲਬ ਕੀ ਹੈ। ਬਹੁਤ ਸਾਰੇ ਇੱਦਾਂ ਦੇ ਬੱਚੇ ਹੁੰਦੇ ਆ ਜੋ ਸਹੀ ਬੋਲ ਨਹੀਂ ਸਕਦੇ, ਜਾਂ ਫਿਰ ਸਹੀ ਸਮਝ ਨਹੀਂ ਸਕਦੇ, ਜਾਂ ਫਿਰ ਜਿਨ੍ਹਾਂ ਨੂੰ ਸੁਣਨ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਉਹ ਸਾਰੀਆਂ ਪ੍ਰੋਬਲਮਸ ਫਿਜ਼ੀਕਲ ਪ੍ਰੋਬਲਮ ਦੇ ਵਿੱਚ ਆਉਂਦੀਆਂ ਨੇ। ਫੋਰ ਐਗਜ਼ਾਮਪਲ, ਬੱਚੇ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਪ੍ਰੋਨਾਊਂਸੀਏਸ਼ਨ ਕਰਨੀ ਹੈ, ਇਸ ਨੂੰ ਕਿਸ ਤਰੀਕੇ ਨਾਲ ਪ੍ਰੋਨਾਊਂਸ ਕਰਨਾ ਹੈ, ਬਟ ਬਿਕੋਜ਼ ਆਫ ਉਸਦਾ ਫਿਜ਼ੀਕਲ ਐਰਰ ਉਹ ਸਹੀ ਤਰੀਕੇ ਨਾਲ ਪ੍ਰੋਨਾਊਂਸ ਨਹੀਂ ਕਰ ਪਾਉਂਦਾ। ਤਾਂ ਉਹ ਇੱਕ ਕੀ ਹੋ ਗਿਆ, ਸਪੈਸੀਫਿਕ ਰੀਜ਼ਨ ਹੋ ਗਿਆ। ਮਤਲਬ ਹਕਲਾਣਾ ਹੋ ਗਿਆ, ਤੁਤਲਾਣਾ ਹੋ ਗਿਆ, ਜਾਂ ਫਿਰ ਅਗਰ ਬੱਚੇ ਨੂੰ ਉੱਚਾ ਸੁਣ ਰਿਹਾ। ਅਤੇ ਇੱਦਾਂ ਦੀਆਂ ਜਿਹੜੀਆਂ ਵੀ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ, ਫਿਜ਼ੀਕਲ ਪ੍ਰੋਬਲਮਸ ਹੁੰਦੀਆਂ ਨੇ, ਉਹ ਇੱਕ ਬਹੁਤ ਵੱਡਾ ਐਰਰ ਹੁੰਦੀਆਂ ਨੇ ਆਪਣੀ ਲੈਂਗੁਏਜ ਲਰਨਿੰਗ ਦੇ ਵਿੱਚ। ਫਿਰ ਚਾਹੇ ਅਗਰ ਆਪਾਂ ਗੱਲ ਕਰੀਏ, ਹੁਣ ਛੋਟਾ ਬੱਚਾ ਹੈ, ਉਸਨੂੰ ਪ੍ਰੋਨਾਊਂਸੀਏਸ਼ਨ ਕਲੀਅਰ ਕਰਵਾਉਣਾ, ਠੀਕ ਹੈ, ਇਹ ਸਾਰਾ ਕੁਛ ਹਕਲਾਣਾ ਤੁਤਲਾਣਾ ਬਹੁਤ ਕਲੀਅਰ ਜਿਹੀ ਚੀਜ਼ ਹੈ ਕਿ ਐਜ਼ ਅ ਐਰਰ ਆਪਣੇ ਸਾਹਮਣੇ ਜਾਂ ਐਜ਼ ਅ ਚੈਲੰਜਸ ਆਪਣੇ ਸਾਹਮਣੇ ਨਿਕਲ ਕੇ ਆਉਂਦੇ ਨੇ, ਔਰ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਠੀਕ ਹੈ। ਤਾਂ ਇਹ ਸੀਗਾ ਆਪਣਾ ਥਰਡ ਪੁਆਇੰਟ। ਫੋਰਥ ਪੁਆਇੰਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਾਈਕੋਲੋਜੀਕਲ ਪ੍ਰੋਬਲਮ। ਸਾਈਕੋਲੋਜੀਕਲ ਪ੍ਰੋਬਲਮ ਕੀ ਹੁੰਦੀ ਹੈ? ਸਾਈਕੋਲੋਜੀਕਲ ਪ੍ਰੋਬਲਮ ਦਾ ਮਤਲਬ ਹੋ ਗਿਆ ਕਿ ਜਿਵੇਂ ਕਿ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਹੁੰਦੇ ਹੈ ਜੋ ਕਾਫੀ ਸ਼ਾਈ ਨੇਚਰ ਦੇ ਹੁੰਦੇ ਆ, ਜਿਹਦੇ ਕਰਕੇ ਉਹ ਸਹੀ ਤਰੀਕੇ ਨਾਲ ਆਪਣਾ ਕੌਨਫੀਡੈਂਸ ਜੋ ਹੈ, ਕੌਨਫੀਡੈਂਸ ਨਾਲ ਆਪਣਾ ਜੋ ਆਪਾਂ ਕਹਿ ਸਕਦੇ ਹਾਂ ਕਿ ਲੈਂਗੁਏਜ ਨੂੰ ਯੂਜ਼ ਨਹੀਂ ਕਰ ਪਾਉਂਦੇ, ਠੀਕ ਹੈ, ਗੱਲ ਨਹੀਂ ਕਰ ਪਾਉਂਦੇ, ਠੀਕ ਹੈ, ਸ਼ਾਈ ਨੇਚਰ ਦੇ ਹੁੰਦੇ ਆ। ਤਾਂ ਅਗਰ ਕੋਈ ਕੋਈ ਬਹੁਤ ਸਾਰੇ ਕੰਪੀਟੀਸ਼ਨ ਜਿਹੜੇ ਕਿ ਆਪਾਂ ਆਮ ਦੇਖਦੇ ਹਾਂ ਕਿ ਅਗਰ ਸਕੂਲ ਦੇ ਵਿੱਚ ਕੋਈ ਕੰਪੀਟੀਸ਼ਨ ਹੈ, ਆਪਾਂ ਬੱਚਿਆਂ ਲਈ ਔਰਗਨਾਈਜ਼ ਕਰਦੇ ਹਾਂ, ਠੀਕ ਹੈ, ਤਾਂ ਇੱਦਾਂ ਦੇ ਬਹੁਤ ਸਾਰੇ ਸਟੂਡੈਂਟ ਹੁੰਦੇ ਆ ਬਿਕੋਜ਼ ਆਫ ਸ਼ਾਈ ਨੇਚਰ ਤਾਂ ਉਹ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ ਕਿਉਂਕਿ ਉਹਨਾਂ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੁੰਦਾ, ਠੀਕ ਹੈ, ਜਿਹਦੇ ਕਰਕੇ ਉਹ ਉਸ ਤਰੀਕੇ ਨਾਲ ਗਰੋ ਨਹੀਂ ਕਰ ਪਾਉਂਦੇ ਜਿਵੇਂ ਬਾਕੀ ਬੱਚੇ ਕਰ ਰਹੇ ਨੇ। ਅਤੇ ਇਹ ਚੀਜ਼ ਆਪਾਂ ਨੂੰ ਆਮ ਦੇਖਣ ਨੂੰ ਮਿਲਦੀ ਹੈ, ਠੀਕ ਹੈ। ਜਿਵੇਂ ਫੋਰ ਐਗਜ਼ਾਮਪਲ ਲੈਸ ਐਜੂਕੇਸ਼ਨ, ਕਿ ਅਗਰ 3-4 ਪਰਸਨਸ ਨੇ, ਠੀਕ ਹੈ, ਉਹ ਵੈਲ ਐਜੂਕੇਟਡ ਨੇ, ਉਹਨਾਂ ਵਿੱਚ ਇੱਕ ਅੱਧਾ ਪਰਸਨ ਇੱਦਾਂ ਦਾ ਜਿਹਦੀ ਸ਼ਾਇਦ ਕੁਆਲੀਫਿਕੇਸ਼ਨ ਉਹਨਾਂ ਦੇ ਬਰਾਬਰ ਦੀ ਨਹੀਂ ਹੈ, ਠੀਕ ਹੈ, ਬਟ ਉਹ ਇੰਗਲਿਸ਼ ਅੱਛੇ ਤਰੀਕੇ ਨਾਲ ਬੋਲ ਲੈਂਦਾ, ਇੰਨੀ ਕੁ ਕੁਆਲੀਫਿਕੇਸ਼ਨ ਉਸਦੀ ਹੈ ਕਿ ਹਾਂਜੀ ਉਹ ਇੰਗਲਿਸ਼ ਨੂੰ ਯੂਜ਼ ਕਰ ਸਕੇ। ਬਟ ਜਦੋਂ ਉਹ ਹਾਇਰ ਕੁਆਲੀਫਿਕੇਸ਼ਨ ਦੇ ਪਰਸਨਸ ਦੇ ਵਿੱਚ ਜਾਏਗਾ, ਲੋਕਾਂ ਦੇ ਵਿੱਚ ਜਾਏਗਾ, ਉੱਥੇ ਉਹ ਦੇਖੇਗਾ ਕਿ ਇਹਨਾਂ ਦੀ ਤਾਂ ਜੋ ਇੰਗਲਿਸ਼ ਹੈ ਉਹ ਕਾਫੀ ਜ਼ਿਆਦਾ ਹਾਈ ਲੈਵਲ ਦੀ ਹੈ ਔਰ ਮੈਂ ਉਨੀ ਨਹੀਂ ਬੋਲ ਸਕਦਾ, ਤਾਂ ਉੱਥੇ ਦਾ ਕੌਨਫੀਡੈਂਸ ਜੋ ਹੈ, ਆਮ ਜੀ ਗੱਲ ਹੈ, ਉਹ ਬੇਸ਼ੱਕ ਮਤਲਬ ਆਪਾਂ ਕਹਿ ਸਕਦੇ ਕਿ ਡਾਊਨ ਹੋ ਜਾਏਗਾ ਕਿਤੇ ਨਾ ਕਿਤੇ। ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਨਹੀਂ, ਅਗਰ ਉਸਨੂੰ ਆਉਂਦਾ ਵੀ ਹੋਏਗਾ, ਉਹ ਕਰ ਵੀ ਪਾਏਗਾ, ਤਾਂ ਵੀ ਉਸਦੇ 'ਚ ਕੌਨਫੀਡੈਂਸ ਡਾਊਨ ਹੋਣ ਕਰਕੇ ਉਹ ਵਧੀਆ ਪਰਫੋਰਮੈਂਸ ਨਹੀਂ ਦੇ ਸਕੇਗਾ, ਠੀਕ ਹੈ। ਅਤੇ ਸਾਰੀਆਂ ਕਿਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ? ਸਾਈਕੋਲੋਜੀਕਲ ਪ੍ਰੋਬਲਮਸ ਆਉਂਦੀਆਂ ਨੇ, ਠੀਕ ਹੈ, ਜਿਵੇਂ ਸ਼ਾਈ ਨੇਚਰ ਹੋ ਗਿਆ, ਈਗੋ ਹੋ ਗਿਆ, ਅਗਰ ਆਪਾਂ ਗੱਲ ਕਰੀਏ ਲੈਸ ਐਜੂਕੇਸ਼ਨ ਹੋ ਗਈ, ਜਾਂ ਇਹਦੇ ਦੇ ਹੋਰ ਵੀ ਬਹੁਤ ਸਾਰੇ ਪੁਆਇੰਟਸ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ, ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ, ਲਾਸਟ ਪੁਆਇੰਟ ਹੈ, ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਬਿਲਕੁਲ ਛੋਟਾ ਜਿਹਾ ਵੀਡੀਓ ਦੇ ਵਿੱਚ ਹੋਊਗਾ, ਠੀਕ ਹੈ। ਐਕਸਟ੍ਰੀਮਲੀ ਸਟਰੇਂਜ ਵਰਡ, ਬਿਲਕੁਲ ਸਟਰੇਂਜ ਜਿਹਾ ਇੱਕ ਵਰਡ ਹੈ, ਠੀਕ ਹੈ। ਸਟਰੇਂਜ ਵਰਡ ਦਾ ਮਤਲਬ ਕੀ ਹੋ ਗਿਆ? ਜਿਵੇਂ ਮਿਸਿਸ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਛੋਟੇ ਛੋਟੇ ਵਰਡਸ ਹੁੰਦੇ ਨੇ ਜੋ ਯੂਜ਼ ਕੀਤੇ ਜਾਂਦੇ ਨੇ, ਠੀਕ ਹੈ। ਹੁਣ ਅਗਰ ਮਿਸਟਰ ਹੋ ਗਿਆ, ਮਾਸਟਰ ਹੋ ਗਿਆ, ਮਿਸ ਹੋ ਗਿਆ, ਇੱਦਾਂ ਦੇ ਵਰਡਸ ਨੇ ਜੋ ਕਿਤੇ ਨਾ ਕਿਤੇ ਇੰਗਲਿਸ਼ ਦੇ ਵਿੱਚ ਯੂਜ਼ ਹੁੰਦੇ ਨੇ ਔਰ ਕਨਫਿਊਜ਼ ਵੀ ਕਰਦੇ ਨੇ, ਨੋ ਡਾਊਟ, ਠੀਕ ਹੈ। ਤਾਂ ਇਹਨਾਂ ਨੂੰ ਆਪਾਂ ਕਿਹੜੇ ਵਰਡਸ ਬੋਲਦੇ ਹਾਂ? ਸਟਰੇਂਜ ਵਰਡਸ ਬੋਲਦੇ ਹਾਂ, ਠੀਕ ਹੈ। ਔਰ ਇਹ ਵੀ ਕਿਤੇ ਨਾ ਕਿਤੇ ਇੱਕ ਚੈਲੰਜ ਬਣ ਕੇ ਆਪਣੇ ਸਾਹਮਣੇ ਆਉਂਦੇ ਨੇ, ਠੀਕ ਹੈ। ਤਾਂ ਇਹ ਸਾਰੀਆਂ ਗੱਲਾਂ ਜੋ ਅੱਜ ਆਪਾਂ ਡਿਸਕਸ ਕੀਤੀਆਂ, ਇਹਦੇ ਨਾਲ ਜੋ ਆਪਣਾ ਟੌਪਿਕ ਹੈ ਉਹ ਕੰਪਲੀਟ ਹੁੰਦਾ, ਠੀਕ ਹੈ। ਇਹਦੇ ਨਾਲ ਹੀ ਆਪਣਾ ਜੋ ਹਾਂਜੀ ਟੌਪਿਕ ਕੰਪਲੀਟ ਹੋ ਗਿਆ, ਠੀਕ ਹੈ। ਔਰ ਇੱਕ ਵਾਰੀ ਦੁਬਾਰਾ ਦੇਖ ਲੈਂਦੇ ਹਾਂ ਕਿਉਂਕਿ ਜੇਕਰ ਤੁਹਾਨੂੰ ਲੱਗਿਆ ਕੋਈ ਵੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਜਨਰਲ, ਥੋੜ੍ਹਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ। ਜਨਰਲ ਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਸੀ ਉਹ ਦੇਖ ਲੈਂਦੇ ਹਾਂ, ਠੀਕ ਹੈ, ਕਿਉਂਕਿ ਇਹਦੇ ਵਿੱਚ ਤਾਂ ਇੰਨਾ ਕੁਛ ਹੈ ਨਹੀਂ। ਤਾਂ ਜਨਰਲ ਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਸੀ? ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਆਪਾਂ ਜੋ ਸੈਲਫ ਇੰਟਰੋਡਕਸ਼ਨ ਹੈ ਨਾ, ਸੈਲਫ ਇੰਟਰੋਡਕਸ਼ਨ ਨਹੀਂ ਆਏਗਾ, ਅਗਰ ਗੱਲ ਕਰ ਰਹੇ ਸੀ ਆਪਾਂ ਹਾਂਜੀ, ਜਿਵੇਂ ਕਿ ਆਪਣੇ ਐਜੂਕੇਸ਼ਨਲ ਸਿਸਟਮ ਆਪਾਂ ਦੱਸਿਆ ਸੀ ਕਿ ਐਜੂਕੇਸ਼ਨਲ ਸਿਸਟਮ ਕਿਸ ਤਰੀਕੇ ਦਾ ਹੈ ਆਪਣਾ, ਠੀਕ ਹੈ। ਉਹਦੇ ਕਰਕੇ ਆਪਣੀ ਜੋ ਇੰਗਲਿਸ਼ ਲੈਂਗੁਏਜ ਆਪਾਂ ਨਹੀਂ ਸਿੱਖ ਪਾਉਂਦੇ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਜਿਹੜੀ ਆਪਣੀ ਬੁੱਕਸ ਹੁੰਦੀਆਂ ਨੇ, ਟੈਕਸਟ ਬੁੱਕਸ ਹੋ ਗਈਆਂ, ਟੈਕਸਟ ਬੁੱਕਸ ਹੋ ਗਈਆਂ, ਠੀਕ ਹੈ, ਉਹ ਅੱਛੇ ਤਰੀਕੇ ਦੀਆਂ ਨਹੀਂ ਹਨ, ਜਿਹਦੇ ਕਰਕੇ ਆਪਾਂ ਅੱਛੇ ਤਰੀਕੇ ਨਾਲ ਲਰਨਿੰਗ ਨਹੀਂ ਹੋ ਪਾਉਂਦੀ, ਠੀਕ ਹੈ। ਇੱਦਾਂ ਦੇ ਬਹੁਤ ਸਾਰੇ ਏਰੀਆ ਨੇ। ਇੱਕ ਆਪਾਂ ਇਹ ਡਿਸਕਸ ਕੀਤਾ ਸੀ ਕਿ ਜਿਹਦੇ ਵਿੱਚ ਬੱਚੇ ਦੇ ਕੋਲ ਜੋ ਸਟੱਡੀ ਮਟੀਰੀਅਲ ਆ ਉਹ ਨਹੀਂ ਪਹੁੰਚ ਪਾਉਂਦਾ, ਲੈਕ ਆਫ ਸਟੱਡੀ ਮਟੀਰੀਅਲ, ਠੀਕ ਹੈ। ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕੀਤੀ ਹੈ ਤਾਂ ਜੋ ਆਪਣੇ ਇਨਵਾਇਰਮੈਂਟ ਹੁੰਦਾ ਹੈ, ਠੀਕ ਹੈ, ਅਗਰ ਆਪਾਂ ਸਿੰਪਲ ਸ਼ਬਦਾਂ ਵਿੱਚ ਬੋਲੀਏ ਤਾਂ ਅਨਹਾਈਜੀਨਿਕ,
ठीक है। अनहाइजीनिक जो इन्वायरमेंट होंगे जिसके करके सही इन्वायरमेंट का होना बहुत जरूरी है। नैचुरल इन्वायरमेंट नहीं बन पाता, रियलिस्टिक इन्वायरमेंट नहीं बन पाता, लैक ऑफ परपज़, ये सारे की सीगे जनरल जे सीगे जिहदे आपने पूरा डिटेल दे विच पढ़िया सी, ठीक है। प्रीवियस वीडियो दे विच जस्ट एक रिविजन आप कर रहे हैं, ठीक है। लैक ऑफ परपज़ होंदा ना टीचर नूं परपज़ दा इन्ना पता होंदा ना बच्चों नूं, तो ओबवियस गल है तो परपज़ के अकॉर्डिंग नहीं काम होएगा तो ओबवियस गल है लैंग्वेज नहीं सीखी जाएगी, ठीक है। अगर आप गल करिए टीचिंग के अच्छे मैथड नहीं यूज़ किए जाते, टीचिंग के मैथड नहीं अच्छे यूज़ किए जाते, ठीक है। ज़्यादा फोकस कि उपर किया जाता है, रीडिंग राइटिंग के उपर किया जाता है, ठीक है। उस तो बाद अगर आप गल करिए टीचिंग एड्स नूं नहीं यूज़ करते, बहुत इंपोर्टेंट पॉइंट, ठीक है। जिहदे करके की होएगा बच्चे दे अंदर जो इंटरस्ट टीचिंग एड्स नाल बनदा शायद वो बाकी चीज़ों नाल इन्ना नहीं बनता, ठीक है। क्लासिस बहुत लार्ज होंदियां ने तो आप कह सकते कि लार्ज क्लासिस होंदियां ने, ज़्यादा वड्डियां क्लासिस होने करके कल्ले कल्ले बच्चे उपर फोकस नहीं किया जा सकता, ठीक है। अगर आप गल करिए इस तो इलावा आप बहुत सारी जो चीज़ां पढ़ियां से जिवें कि पेरेंट्स की इंटरफेरेंस हो गई जां टाइम की कमी हो गई, ठीक है। टाइम बहुत घट होंदा है, ठीक है। जां फिर अगर आप गल करिए टीचर्स की अच्छे तरीके नाल आप कह सकते कि टीचर्स की कमी होंदी है, ठीक है। ये सारा चीज़ां की ने सारियां जनरल दे विच आंदियां ने, ठीक है, और बाकी स्पैसीफिक दे विच आंदियां ने, तो एक क्वेश्चन बन जाता इस टॉपिक दे विचों, इंपोर्टेंट है, ठीक है। चलो फिर अज दा आपां कंप्लीट किया टॉपिक, ठीक है। जल्दी ही आपां जो नवा टॉपिक है स्टार्ट करांगे, ठीक है। नवा टॉपिक अपना मे बी रिमेडियल टीचिंग आप स्टार्ट करांगे, जो देखांगे कोई भी हाँ जी मे बी जो भी आपको सही लगा रिमेडियल टीचिंग या फिर जो टॉपिक आपको सही लगा वो स्टार्ट करांगे, पूरा डिटेल दे विच स्टडी होएगा। पसंद आया ना वीडियो, ठीक है, जेकर तुसीं रैगूलर स्टडी कर रहे हो तो थोड़ी ड्यूटी बनती है यही कि तुसीं शेयर करो ज़्यादा तो ज़्यादा, ठीक है। क्योंकि तुहाडा जस्ट आप कह सकते हैं कि इन्नी एफर्ट्स के बदले अगर एक शेयर लाइक और कमेंट है सबसक्राइब है तो तुसीं ओबवियसली गल है तुहाडी ड्यूटी है ये करना, ठीक है। तो ज़्यादा तो ज़्यादा शेयर करो अपने फ्रेंड्स को जो टैट की तैयारी कर रहे हैं या मास्टर कैड की तैयारी कर रहे हैं, ठीक है जी। तो जरूर मिलते हैं नैक्सट वीडियो के विच डिस्कस करांगे नवे टॉपिक नूं नवीं डिस्कशन के नाल, ठीक है। जो नवे स्टूडेंट ने अगर नोट्स लेना चाहते हैं तो डिस्क्रिप्शन लिंक मिल जाएगा चैनल का, उत्थे जाके ज्वाइन कर सकते हैं। थैंक यू।